किताब हम हिंदू नहीं। लेखक भाई कान सिंह नाभा। भाग 7वां। देवी देवता। आवाज भाई गुरजंट सिंह रूपवाली। वाहिगुरू जी का खालसा वाहिगुरू जी की फतेह। देवी देवता आप देवी और देवतिਆਂ ਨੂੰ ਵਾਰਾਧਿਕ ਮੰਨ ਕੇ ਉਹਨਾਂ ਦੀ ਉਪਾਸਨਾ ਕਰਦੇ ਹੋ और ਉਹਨਾਂ ਦੇ ਇਤਨੇ ਭੇਦ ਕਲਪੇ ਹੋਏ ਹਨ ਕਿ ਕੋਈ ਵਿਦਵਾਨ ਹਿੰਦੂ ਵੀ ਪੂਰੀ ਗਿਣਤੀ ਕਰਕੇ ਨਹੀਂ ਦੱਸ ਸਕਦਾ ਕਿ ਇਤਨੇ ਦੇਵੀ ਦੇਵਤਾ ਹਨ। ਪਰ ਸਿੱਖ ਧਰਮ ਦੀ ਦੇਵੀ ਦੇਵਤਾ ਆਦਿਕ ਦੇ ਵਿਸ਼ੇ ਵਿੱਚ ਇਹ ਰਾਏ ਹੈ। ਮਾਇਆ ਮੋਹੇ ਦੇਵੀ ਸਭ ਦੇਵਾ। ਗੌੜੀ ਮਹੱਲਾ ਪਹਿਲਾ ਪੰਨਾ 227। ਭਰਮੇ ਸੁਰ ਨਰ ਦੇਵੀ ਦੇਵਾ। ਗੌੜੀ ਮਹੱਲਾ ਪੰਜਵਾਂ ਪੰਨਾ 258। ब्रह्मा विष्णु महादेव मोया गुरमुख नाम लगे से सोया। आसा महला पंजवा पन्ना 394। ब्रह्मे वेद बाणी परगासी माया मोह पसारा। महादेव ज्ञानी वरते घर अपने तामस बहुत अहंकारा। वडहंस महला तीजा पन्ना 559। देवी देवा पूजिए भाई क्या मांगो क्या दे। सूरठ महला पहला पन्ना 637। ब्रह्मा विष्णु महादेव त्रै गुण रोगी विच होमे कार कमाई। जिन किए तिसे न चेते बपुड़े हर गुरमुख सोझी पाई। सूही महला चौथा पन्ना 735। ब्रह्मा विष्णु महादेव त्रै गुण भुले होमे मोह बधाया। वार बलावल महला तीजा पन्ना 852। कोट देवी जाको सेवें लक्ष्मी अनक भांत गुप्त प्रगट जाको आराधे। पौण पानी दिन सरात। आसा शंत महला पंजवा पन्ना 455। ब्रह्मा विष्णु ऋखी मुनि शंकर इंद तपै पेखारी। माने हुक्म सेहे दर साचै आकी मरे अफारी। मारू महला पहला पन्ना 992। ब्रह्मा विष्णु महेश न कोई अवर न दिसे एको सोई। मारू सोहले महला पहला पन्ना 1035। ब्रह्मा विष्णु रुद्र तिसकी सेवा अंत न पावे अलख अपेवा। मारू महला तीजा पन्ना 1053। कोट सूर जाकै प्रगास कोट महादेव अर्क बिलास। दुर्गा कोट जाके मर्दन करे ब्रह्मा कोट वेद उचरै। जो जाचों तो केवल नाम आन देव स्यों नाही काम रहाओ। भैरो कबीर पन्ना 1162। महिमा ना जाने वेद ब्रह्मे नहीं जाने भेद। शंकरा नहीं जाने भेव खोजन हारे देव। देवियां नहीं जाने मर्म सब ऊपर अलख पार ब्रह्म। रामकली महला पंजवा पन्ना 894। ईश्वर ब्रह्मा देवी देवा इंद्र तपे मुन तेरी सेवा। मारू महला पहला पन्ना 1034। कबीर हर का सिमरन छाड़ कै अहोई राखै नार। गदही होए कै अवतरै भार सह मन चार। सलोक कबीर पन्ना 1370। ब्रह्म महेश्वर विष्णु सचीपत अंत फसे जम फास परेंगे। जे नर सिरीपत के प्रस हैं पग ते नर फेर न देह धरेंगे। जेह कोट इंद्र निराप कई ब्रह्म विष्णु विचार। कई राम कृष्ण रसूल बिन भगत को ना कबूल। अकाल उस्तत सची पत दा फुटनोट। अस्सू दे नरातरिਆਂ ਵਿੱਚ ਦੇਵੀ ਦੀ ਮਿੱਟੀ ਦੀ ਮੂਰਤ ਬਣਾ ਕੇ ਇਸਤਰੀਆਂ ਕੰਧਾਂ ਪਰ ਲਾਉਂਦੀਆਂ ਔਰ ਪੂਜਦੀਆਂ ਹਨ, ਜਿਸ ਦਾ ਪ੍ਰਸਿੱਧ ਨਾਮ ਸਾਂਝੀ ਹੈ। ਫਿਰ ਕੱਤਕ ਬੁਧੀ 8 ਦਾ ਵਰਤ ਰੱਖ ਕੇ ਪੂਜਨ ਸਮਾਪਤ ਕਰਦੀਆਂ ਹਨ ਔਰ ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰ ਦਿੰਦੀਆਂ ਹਨ। ਅਹੋਈ ਦਾ ਮੇਲਾ ਮਥੁਰਾ ਦੇ ਜ਼ਿਲ੍ਹੇ ਵਿੱਚ ਰਾਧਾ ਕੁੰਡ ਪਰ ਕੱਤਕ ਬੁਧੀ 8 ਨੂੰ ਬੜਾ ਭਾਰੀ ਹੁੰਦਾ ਹੈ। ਲੱਖ ਲੱਖ ਬ੍ਰਹਮੇ ਵੇਦ ਪੜ ਇਕਸ ਅੱਖਰ ਭੇਦ ਨਾ ਜਾਤਾ। ਜੋਗ ਧਿਆਨ ਮਹੇਸ਼ ਲਖ ਰੂਪ ਨਾ ਰੇਖ ਨਾ ਭੇਖ ਪਛਾਤਾ। ਲਖ ਅਵਤਾਰ ਆਕਾਰ ਕਰ ਤਿਲ ਵਿਚਾਰ ਨਾ ਵਿਸ਼ਨ ਪਛਾਤਾ। ਦਾਤ ਲੁਭਾਏ ਵਿਸਾਰ ਨ ਦਾਤਾ। भाई गुरदास वार नंबर 18। गुर का सिख मठ बुत तीर्थ देवी देवता बरत पूजा मंत्र जंतर पीर ब्राह्मण तर्पण गायत्री किते वाला चित देवे नाही।
ਰਹਿਤਨਾਮਾ ਭਾਈ ਦਇਆ ਸਿੰਘ। ਸਿੱਖ ਧਰਮ ਵਿੱਚ ਕੇਵਲ ਵਾਹਿਗੁਰੂ ਹੀ ਇਸ਼ਟ ਹੈ ਔਰ ਉਸੇ ਦੀ ਉਪਾਸਨਾ ਦਾ ਉਪਦੇਸ਼ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪਜੀ ਸਾਹਿਬ ਪੰਨਾ ਨੰਬਰ 1। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਰਨ ਕਹਿਤ ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ। ਜਾਪ ਸਾਹਿਬ। ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਉਹ ਔਹਾਣੀ ਕਦੇ ਨਾ ਹੈ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਐ ਜੋ ਸਭ ਮੈਂ ਰਹਿ ਸਮਾਏ ਅਵਰ ਦੂਜਾ ਕਿਉ ਸੇਵੀਐ ਜੰਮੇ ਤੈ ਮਰ ਜਾਏ ਨੇਫਲ ਤਿਨਕਾ ਜੀਵਿਆ ਜੇ ਖਸਮ ਨਾ ਜਾਣੇ ਆਪਣਾ ਅਵਰੀ ਕੋ ਚਿਤ ਲਾਏ ਨਾਨਕ ਏਮ ਨਾ ਜਾਪਈ ਕਰਤਾ ਕੀਤੀ ਦੇ ਸਜਾਏ। ਵਾਰ ਗੁਜਰੀ ਮਹਲਾ ਤੀਜਾ ਪੰਨਾ 509। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਸੋਠ ਮਹੱਲਾ ਪਹਿਲਾ ਪੰਨਾ 634। ਏਕੋ ਜਪ ਏਕੋ ਸਲਾ ਏਕ ਸਿਮਰ ਏਕੋ ਮਨ ਆਏ ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਪਏ ਏਕ ਅਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ। ਗੌੜੀ ਸੁਖਮਨੀ ਮਹੱਲਾ ਪੰਜਵਾਂ ਪੰਨਾ 299। ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕੋ ਭਰਤੇ ਕਿਰਪਾ ਨਿਧ ਛੋੜ ਆਨ ਕੋ ਪੂਜੇ ਆਤਮ ਘਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਭ੍ਰਮੇ ਬਹੁ ਜੋਨੀ ਟੇਕ ਨ ਕਾਹੂ ਧਰਤੇ ਰਹਾ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਗਧ ਖਲ ਖਰਤੇ ਕਾਗਰ ਨਾਵ ਲੰਗੇ ਕਤ ਸਾਗਰ ਬਿਰਥਾ ਕਥਤ ਹਮ ਤਰਤੇ ਸ਼ਿਵ ਬਰੰਚ ਅਸੁਰ ਸੁਰ ਜੇਤੇ ਕਾਲ ਅਗਨ ਮੈਂ ਜਰਤੇ ਨਾਨਕ ਸ਼ਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ। ਮਲਾਰ ਮਹੱਲਾ ਪੰਜਵਾਂ ਪੰਨਾ 1267। ਬ੍ਰਹਮਾਦਿਕ ਸ਼ਿਵ ਸ਼ਾਂਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁਖ ਦੇਵ ਅਰ ਦਾਨਵ ਇਕ ਤਿਲ ਤਾਕੋ ਮਰਮ ਨ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੈ ਦਰਸ ਸਮਾਵਤ ਤਿਸੇ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ। ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ ਪੰਨਾ 1388। ਇਕ ਬਿਨ ਦੂਸਰ ਸੋ ਨ ਚਿਨਾਰ ਭੰਜਨ ਗੜਨ ਸਮਰੱਥ ਸਦਾ ਪ੍ਰਭ ਜਾਣਤ ਹੈ ਕਰਤਾਰ। ਸ਼ਬਦ ਹਜ਼ਾਰੇ। ਇਕ ਮਨ ਇਕ ਅਰਾਧਨਾ ਦੁਬਿਧਾ ਦੂਜਾ ਭਾਉ ਮਿਟਾਇਆ। ਭਾਈ ਗੁਰਦਾਸ ਵਾਰ ਨੰਬਰ 11। ਗੁਰਮੁਖ ਸੁਖ ਫਲ ਸਾਧ ਸੰਗ ਪਰਮ ਹੰਸ ਗੁਰ ਸਿੱਖ ਸੋਹੰਦੇ ਇਕ ਮਨ ਏਕ ਧਿਆਇਂਦੇ ਦੂਜੇ ਭਾਈ ਨਾ ਜਾਏ ਫਿਰੰਦੇ। ਭਾਈ ਗੁਰਦਾਸ ਵਾਰ ਨੰਬਰ 16। ਭਾਈ ਨੰਦ ਲਾਲ ਸਾਹਿਬ ਆਖਦੇ ਹਨ ਦਰ ਮਹਜ਼ਬੇ ਮਾਂ ਗੈਰ ਪਰਸਤੀ ਨਾ ਕੁਨੰਦ ਸਰ ਤਾ ਬਕਦਮ ਬਹੋਸ਼ ਓ ਮਸਤੀ ਨਾ ਕੁਨੰਦ ਸਰ ਤਾਂ ਬਕਦਮ ਬਹੋਸ਼ ਓ ਮਸਤੀ ਨਾ ਕੁਨੰਦ। ਰਬਾਈਆਂ ਭਾਈ ਨੰਦ ਲਾਲ। ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਇੱਕ ਦੀ ਉਪਾਸਨਾ ਦਾ ਉਪਦੇਸ਼ ਦਿੰਦੇ ਹੋਏ ਦੇਵੀ ਦੇਵਤਾ ਦੇ ਪੂਜਣ ਦਾ ਨਿਸ਼ੇਧ ਕਰਦੇ ਹਨ। ਜੈਸੇ ਪ੍ਰਤ ਬ੍ਰਤਾ ਪਰ ਪੁਰਖੇ ਨਾ ਦੇਖਿਓ ਚਾਹੈ ਪੂਰਨ ਪ੍ਰਤ ਬ੍ਰਤਾ ਕੋ ਪਤ ਹੀ ਮੈਂ ਧਿਆਨ ਹੈ। ਸਰ ਸਰਤਾ ਸਮੁੰਦਰ ਚਾਤਰਿਕ ਨਾ ਚਾਹੇ ਕਾਹੂ ਆਸ ਘਨ ਬੂੰਦ ਪੈ ਪ੍ਰਿਆ ਗੁਣ ਗਾਨ ਹੈ। ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ ਮਨ ਬਚ ਕਰਮ ਹਿਮ ਕਰ ਪ੍ਰਿਆ ਪ੍ਰਾਣ ਹੈ। ਤੈਸੇ ਗੁਰ ਸਿੱਖ ਆਨ ਦੇਵ ਸੇਵ ਰਹਿਤ ਹੈ ਸਹਿਜ ਸੁਭਾਵਨਾ ਅਵਗਿਆ ਅਭਿਮਾਨ ਹੈ। ਦੋਏ ਦਰਪਨ ਦੇਖੇ ਏਕ ਸੇ ਅਨੇਕ ਰੂਪ ਦੋਏ ਨਾਮ ਪਾਮ ਧਰੇ ਪਹੁੰਚੇ ਨਾ ਪਾਰ ਹੈ। ਦੋਏ ਦਿਸ਼ਾ ਗਹੇ ਗਹਾਏ ਸੈ ਹਾਥ ਪਉ ਟੂਟੇ ਦੁਰਾਹੇ ਦੁਚਿਤ ਹੋਏ
ਭੂਲ ਪਗ ਧਾਰ ਹੈ। ਦੋਏ ਭੂਪ ਤਾਕੇ ਗਾਉ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲ ਬਧੂ ਨਾਰ ਹੈ। ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹੈ, ਸਹੇ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਕਬਿੱਤ ਭਾਈ ਗੁਰਦਾਸ ਜੀ। ਪਿਆਰੇ ਹਿੰਦੂ ਜੀ, ਆਪ ਜੀ ਦੀ ਔਰ ਸਾਡੀ ਉਪਾਸਨਾ ਔਰ ਪੂਜਾ ਦਾ ਤਰੀਕਾ ਵੀ ਇੱਕ ਨਹੀਂ ਹੈ। ਆਪ ਪੂਜਦੇ ਹੋ ਚੰਦਨ, ਕੁੰਗੂ, ਆਰਤੀ ਆਦਿਕ ਸਮੱਗਰੀ ਨਾਲ, ਪਰ ਸਾਡੇ ਧਰਮ ਵਿੱਚ ਪੂਜਣ ਦਾ ਇਹ ਪ੍ਰਕਾਰ ਹੈ। ਤੇਰਾ ਨਾਮ ਕਰੀ ਚਰਨ ਰਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੇ, ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਰਹਾਉ। ਬਾਹਰ ਦੇਵ ਪਖਾਲੀਐ, ਜੇ ਮਨ ਧੋਵੈ ਕੋਏ, ਝੂਠ ਲਹੈ ਜਿਉ ਮਾਂਝੀਐ, ਮੋਖ ਪਿਆਣਾ ਹੋਏ। ਗੁਜਰੀ ਮਹਲਾ ਪਹਿਲਾ ਪੰਨਾ 499। ਦੂਜੇ ਭਾਏ ਅਗਿਆਨੀ ਪੂਜਦੇ, ਦਰਗਾ ਮਿਲੇ ਸਜਾਏ, ਆਤਮ ਦਿਓ ਪੂਜੀਐ, ਬਿਨ ਸਤਿਗੁਰ ਬੂਝ ਨਾ ਪਾਏ। ਵਾਰ ਸ੍ਰੀ ਰਾਗ ਮਹੱਲਾ ਤੀਜਾ ਪੰਨਾ 88। ਮਨ ਸੰਪਟ ਜਿਤ ਸਤ ਸਰਨਾਵਣ, ਭਾਵਨ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਸੂਹੀ ਮਹੱਲਾ ਪਹਿਲਾ ਪੰਨਾ 728। ਅਚੁੱਤ ਪੂਜਾ ਜੋਗ ਗੋਪਾਲ, ਮਨ ਤਨ ਅਰਪ ਰਖੂੰ ਹਰ ਆਗੈ, ਸਰਬ ਜੀਆਂ ਕਾ ਹੈ ਪ੍ਰਤਪਾਲ। ਬਿਲਾਵਲ ਮਹੱਲਾ ਪੰਜਵਾਂ ਪੰਨਾ 824। ਹਰ ਕੀ ਪੂਜਾ ਦੁਲੰਭ ਹੈ ਸੰਤੋ, ਕਹਿਣਾ ਕਛੂ ਨਾ ਜਾਈ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਹਾ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਰਾਮਕਲੀ ਮਹੱਲਾ ਤੀਜਾ ਪੰਨਾ 910। ਭਰਮੇ ਭੂਲੇ ਅਗਿਆਨੀ ਅੰਧੁਲੇ, ਭ੍ਰਮ ਭ੍ਰਮ ਫੂਲ ਤੋਰਾਵੇ, ਨਿਰਜੀਉ ਪੂਜੇ ਮੜਾ ਸਿਰੇ ਮੇ, ਸਭ ਬਿਰਥੀ ਕਾਲ ਗਵਾਵੇ। ਮਲਾਰ ਮਹੱਲਾ ਚੌਥਾ ਪੰਨਾ 1264। ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾਂ ਸ਼ਬਦ ਵਾਜੰਤ ਪੇਰੀ ਰਹਾ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਅੰਦਿਨੋ ਮੋਹਿ ਆਈ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਮ ਵਾਸਾ। ਧਨਾਸਰੀ ਮਹੱਲਾ ਪਹਿਲਾ ਪੰਨਾ 663। ਹਿੰਦੂ ਦਾ ਸਵਾਲ। ਆਪ ਦੇਵੀ ਦੇਵਤੇ ਦੇ ਪੂਜਨ ਦਾ ਗੁਰਮਤਿ ਵਿੱਚ ਨਿਸ਼ੇਧ ਆਖਦੇ ਹੋ, ਪਰ ਦਸਵੇਂ ਗੁਰੂ ਜੀ ਨੇ ਖੁਦ ਦੇਵੀ ਪੂਜੀ ਹੈ, ਜਿਹਾ ਕਿ ਬਚਿੱਤਰ ਨਾਟਕ ਦੇ ਇਸ ਬਚਨ ਤੋਂ। ਮਹਾਕਾਲ ਕਾਲ ਕਾ ਅਰਾਧੀ। ਬਚਿੱਤਰ ਨਾਟਕ ਅਧਿਆਇ 6ਵਾਂ ਪ੍ਰਤੀਤ ਹੁੰਦਾ ਹੈ, ਔਰ ਉਹਨਾਂ ਨੇ ਦੁਰਗਾ ਦੀ ਮਹਿਮਾ ਵਿੱਚ ਚੰਡੀ ਚਰਿੱਤਰ ਲਿਖਿਆ ਹੈ, ਔਰ ਉਸ ਦੇ ਪਾਠ ਦਾ ਮਹਾਤਮ ਦੱਸਿਆ ਹੈ। ਜਥਾ ਜਾਹੇ ਨਮਿਤ ਪੜ੍ਹੇ ਸੁਣੇ ਨਰ, ਸੋ ਨਿਸ਼ਚੇ ਕਰ ਤਾਹੇ ਦਈ ਹੈ। ਚੰਡੀ ਚਰਿੱਤਰ ਪਾਤਸ਼ਾਹੀ 10ਵੀਂ। ਫੇਰ ਨ ਜੂਨੀ ਆਇਆ, ਜਿਨ ਇਹ ਗਾਇਆ ਵਾਰ ਚੰਡੀ। ਸਿੱਖ ਦਾ ਉੱਤਰ। ਪਿਆਰੇ ਹਿੰਦੂ ਭਾਈ, ਗੁਰੂ ਸਾਹਿਬ ਨੇ ਅਕਾਲ ਨੂੰ ਤ੍ਰਿਲਿੰਗ ਰੂਪ ਵਰਣਨ ਕੀਤਾ ਹੈ। ਜਥਾ ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ ਜਾਪ ਸਾਹਿਬ। ਇਸ ਥਾਂ ਕਾਲਕਾ ਪਦ ਦਾ ਅਰਥ ਅਕਾਲ ਤੋਂ ਭਿੰਨ ਕੋਈ ਦੇਵੀ ਨਹੀਂ ਹੈ। ਜੇ ਦੇਵੀ ਦੀ ਉਪਾਸਨਾ ਹੁੰਦੀ ਤਦ ਅੱਗੇ ਦਵੈਤ ਏਕ ਰੂਪ ਹਵੇ ਗਇਓ ਦੀ ਥਾਂ ਤੇ ਤ੍ਰੈ ਤੇ ਏਕ ਰੂਪ ਹਵੇ ਗਇਓ ਪਾਠ ਹੁੰਦਾ, ਅਰ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਦੀ ਥਾਂ ਅਕਾਲ ਅਰ ਕਾਲਕਾ ਬਾਚ ਹੁੰਦਾ। ਆਪ ਨੂੰ ਨਿਰਸੰਦੇਹ ਕਰ ਲਈ ਅਸੀਂ ਪ੍ਰਥਮ 5 ਜੁਗਤੀਆਂ ਨਾਲ ਦੇਵੀ ਦੇ ਪੂਜਨ ਦਾ ਖੰਡਨ ਦਿਖਾਉਂਦੇ ਹਾਂ। ਭਾਗੂੜਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿੱਤਾ ਹੈ ਕਿ ਬਿਨ ਕਰਤਾਰ ਨਾ ਕੀਰਤਮ ਮਾਨੋ, ਸ਼ਬਦ ਹਜ਼ਾਰੇ, ਅਰਥਾਤ ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ ਕਰਨ ਵਾਲੇ ਦੀ ਉਪਾਸਨਾ ਕਰੋ। ਔਰ ਚੰਡੀ ਦੀ ਵਾਰ ਵਿੱਚ ਜ਼ਿਕਰ ਹੈ, ਤੈਂ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ। ਵਾਰ ਚੰਡੀ। ਇਸ ਤੋਂ ਸਿੱਧ ਹੈ ਕਿ ਦੁਰਗਾ ਸਾਜਣ ਵਾਲਾ ਕਰਤਾਰ ਹੋਰ ਹੈ
ਔਰ ਦੁਰਗਾ ਉਸਦੀ ਰਚੀ ਹੋਈ। ਕੀ ਇਹ ਹੋ ਸਕਦਾ ਹੈ ਕਿ ਗੁਰੂ ਜੀ ਸਿੱਖਾਂ ਨੂੰ ਉਪਦੇਸ਼ ਕੁਛ ਦੇਣ ਔਰ ਆਪ ਉਸ ਦੇ ਵਿਰੁੱਧ ਅਮਲ ਕੁਛ ਹੋਰ ਕਰਨ, ਅਰਥਾਤ ਸਿੱਖਾਂ ਨੂੰ ਕਰਤਾਰ ਪੂਜਣਾ ਦੱਸਣ ਤੇ ਆਪ ਕਰੀ ਹੋਈ ਵਸਤੂ ਦੇ ਉਪਾਸ਼ਕ ਬਣਨ। ਭਾਗ ਐੜਾ। ਗੁਰੂ ਸਾਹਿਬ ਪ੍ਰਤੱਗਿਆ ਕਰਦੇ ਹਨ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਚੌਪਈ। ਇੱਕ ਬਿਨ ਦੂਸਰ ਸੋ ਨਾ ਚਿਨਾਰ। ਸ਼ਬਦ ਹਜ਼ਾਰੇ। ਭਇਓ ਜੋ ਏਕ ਨਾਮੰ, ਜੋ ਕਾਮ ਸਰਬ ਠਾਮੰ, ਨਾ ਧਿਆਨ ਆਨ ਕੋ ਧਰੋਂ, ਨਾ ਨਾਮ ਆਨ ਉਚਰੋਂ। ਬਚਿੱਤਰ ਨਾਟਕ ਅਧਿਆਇ 6। ਕੀ ਐਸਾ ਹੋ ਸਕਦਾ ਹੈ ਕਿ ਗੁਰੂ ਸਾਹਿਬ ਆਪਣੀ ਪ੍ਰਤੱਗਿਆ ਦੇ ਵਿਰੁੱਧ ਦੇਵੀ ਪੂਜਨ ਕਰਨ? ਭਾਗ ਈੜੀ। ਗ੍ਰੰਥ ਕਰਤਾ ਜਿਸ ਦੇਵਤਾ ਨੂੰ ਪੂਜਦਾ ਹੈ, ਆਪਣੀ ਰਚਨਾ ਦੇ ਆਦਿ ਵਿੱਚ ਆਪਣੇ ਪੂਜਨ ਦੇਵਤੇ ਦਾ ਨਾਮ ਲੈ ਕੇ ਮੰਗਲ ਕਰਦਾ ਹੈ। ਬਲਕਿ ਵਿਦਵਾਨ ਲੋਕ ਗ੍ਰੰਥ ਦਾ ਮੰਗਲਾਚਰਨ ਦੇਖ ਕੇ ਹੀ ਕਵੀ ਦਾ ਇਸ਼ਟ ਸਮਝ ਲੈਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਏਕ ਓੰਕਾਰ ਸਤਿਗੁਰ ਪ੍ਰਸਾਦ, ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਇਹੀ ਮੰਗਲਾਚਰਨ ਸ੍ਰੀ ਮੁਖਵਕ ਬਾਣੀ ਦੇ ਆਦਿ ਰੱਖਿਆ ਹੈ। ਫਿਰ ਕਿਸ ਤਰ੍ਹਾਂ ਖਿਆਲ ਕੀਤਾ ਜਾ ਸਕਦਾ ਹੈ ਕਿ ਦਸਮ ਗੁਰੂ ਜੀ ਦੇਵੀ ਭਗਤ ਸਨ? ਭਾਗ ਸੱਸਾ। ਸਿੱਖਾਂ ਵਿੱਚ 10 ਸਤਿਗੁਰੂ ਇੱਕ ਰੂਪ ਮੰਨੇ ਗਏ ਹਨ। ਜੋ ਆਸ਼ਾ ਗੁਰੂ ਨਾਨਕ ਸਾਹਿਬ ਜੀ ਦਾ ਹੈ, ਉਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਹਨ, ਭਰਮੇ ਸੋਰਨਰ ਦੇਵੀ ਦੇਵਾ। ਗੌੜੀ 52 ਅੱਖਰੀ। ਮਹੱਲਾ ਪੰਜਵਾਂ। ਪੰਨਾ 258। ਦੇਵੀਆ ਨਹੀਂ ਜਾਣੇ ਮਰਮ। ਰਾਮਕਲੀ ਮਹੱਲਾ ਪੰਜਵਾਂ। ਪੰਨਾ 894। ਮਹਾਮਾਈ ਕੀ ਪੂਜਾ ਕਰੇ, ਨਰ ਸੇ ਨਾਰੀ ਹੋਏ ਅਵਤਰੈ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਗੌੜ ਨਾਮਦੇਵ ਪੰਨਾ 874। ਔਰ ਫਿਰ ਖੁਦ ਕਲਗੀਧਰ ਅਕਾਲ ਉਸਤਤ ਵਿੱਚ ਲਿਖਦੇ ਹਨ, ਚਰਨ ਸ਼ਰਨ ਜਿਹ ਬਸਤ ਭਵਾਨੀ, ਅਰਥਾਤ ਦੇਵੀ ਅਕਾਲ ਦੇ ਚਰਨਾਂ ਦੀ ਦਾਸੀ ਹੈ। ਔਰ ਇਸ ਪਰ ਸਤਿਗੁਰਾਂ ਦਾ ਬਚਨ ਹੈ ਕਿ ਠਾਕੁਰ ਛੋੜ ਦਾਸੀ ਕੋ ਸਿਮਰੈ, ਮਨਮੁਖ ਅੰਧ ਅਗਿਆਨਾ। ਭੈਰੋ ਮਹੱਲਾ ਪੰਜਵਾਂ। ਪੰਨਾ 1138। ਔਰ ਜਿਸ ਦੇਵੀ ਨੂੰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਝਾੜੂ ਬਰਦਾਰ ਮੰਨਿਆ, ਤਦ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਸੀ ਗੁਰਗੱਦੀ ਦੇ ਮਾਲਕ ਆਪਣੇ ਬਜ਼ੁਰਗਾਂ ਦੇ ਆਸ਼ੇ ਤੋਂ ਵਿਰੁੱਧ ਔਰ ਆਪਣੇ ਲੇਖ ਦੇ ਵਿਰੁੱਧ ਦੇਵੀ ਦੀ ਉਪਾਸਨਾ ਕਰਦੇ? ਭਾਗ ਹਾਹਾ। ਭਾਈ ਮਨੀ ਸਿੰਘ ਜੀ ਨੇ 10ਵੇਂ ਗੁਰੂ ਸਾਹਿਬ ਤੋਂ ਅੰਮ੍ਰਿਤ ਛਕਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹੇ। ਉਹ ਭਾਈ ਸਾਹਿਬ ਗਿਆਨ ਰਤਨਾਵਲੀ ਦੇ ਆਦਿ ਵਿੱਚ ਇਹ ਮੰਗਲਾਚਰਨ ਕਰਦੇ ਹਨ, ਨਾਮ ਸਭ ਦੇਵਾਂ ਦਾ ਦੇਵ ਹੈ, ਕੋਈ ਦੇਵੀ ਨੂੰ ਮਨਾਉਂਦਾ ਹੈ, ਕੋਈ ਸ਼ਿਵਾ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ। ਗੁਰੂ ਕੇ ਸਿੱਖ ਸਤਨਾਮ ਨੂੰ ਅਰਾਧਦੇ ਹਨ, ਜਿਸ ਕਰਕੇ ਸਭ ਵਿਘਨ ਨਾਸ ਹੁੰਦੇ ਹਨ। ਤਾਂ ਤੇ ਸਤਨਾਮ ਦਾ ਮੰਗਲਾਚਾਰ ਆਦਿ ਰੱਖਿਆ ਹੈ। ਜੇ 10ਵੇਂ ਸਤਿਗੁਰ ਦਾ ਇਸ਼ਟ ਦੇਵੀ ਹੁੰਦੀ ਤਾਂ ਕਿ ਭਾਈ ਮਨੀ ਸਿੰਘ ਜੀ ਆਪਣੇ ਗੁਰੂ ਦੀ ਪੂਜੈ ਦੇਵੀ ਬਾਬਤ ਐਸਾ ਲਿਖ ਸਕਦੇ ਸਨ। ਔਰ ਪਿਆਰੇ ਹਿੰਦੂ ਜੀ, ਆਪਨੇ ਜੋ ਦੇਵੀ ਦੇ ਮਹਾਤਮ ਬਾਬਤ ਆਖਿਆ ਹੈ, ਸੋ ਉਹ 10ਵੇਂ ਸਤਿਗੁਰ ਦਾ ਉਪਦੇਸ਼ ਨਹੀਂ, ਉਹ ਮਾਰਕੰਡੇ ਪੁਰਾਣ ਵਿੱਚੋਂ ਦੁਰਗਾ ਸਪਤਸ਼ਤੀ ਦਾ ਤਰਜਮਾ ਹੈ, ਜਿਹਾ ਕਿ ਚੰਡੀ ਚਰਿੱਤਰ ਵਿੱਚੋਂ ਹੀ ਸਿੱਧ ਹੁੰਦਾ ਹੈ। ਸਤ ਸੈਂ ਕੀ ਕਥਾ ਜਿਹ ਪੂਰੀ ਪਈ ਹੈ, ਚੰਡੀ ਚਰਿੱਤਰ। ਬਲਕਿ ਅਸਲ ਸੰਸਕ੍ਰਿਤ ਪੁਸਤਕ ਵਿੱਚ ਬਹੁਤ ਹੀ ਵਿਸਥਾਰ ਨਾਲ ਮਹਾਤਮ ਲਿਖਿਆ ਹੈ, ਜਿਸ ਦਾ ਸੰਖੇਪ ਇਹ ਹੈ। ਦੇਵੀ ਕਹਿੰਦੀ ਹੈ, ਜੋ ਮੇਰੀ ਇਸ ਉਸਤਤ ਨੂੰ ਸੁਣਦਾ ਹੈ ਔਰ ਨਿਤ ਪੜ੍ਹਦਾ ਹੈ, ਉਸ ਦੇ ਸਭ ਦੁੱਖ ਪਾਪ ਦਰਿਦਰ ਆਦਿਕ ਨਾਸ ਹੋ ਜਾਂਦੇ ਹਨ। ਦੁਸ਼ਮਣ, ਚੋਰ, ਰਾਜਾ, ਸ਼ਸਤਰ ਔਰ ਅਗਨੀ, ਇਹਨਾਂ ਸਭਨਾਂ ਦਾ ਡਰ ਜਾਂਦਾ ਰਹਿੰਦਾ ਹੈ। ਯੁੱਧ ਵਿੱਚ ਪੁਰਸ਼ਾਰਥ ਵੱਧਦਾ ਹੈ, ਵੈਰੀ ਮਰ ਜਾਂਦੇ ਹਨ, ਮੁਕਤੀ ਮਿਲਦੀ ਹੈ, ਕੁੱਲ ਦਾ ਵਾਧਾ ਹੁੰਦਾ, ਗਿਰਹਾਂ ਦੀ ਪੀੜਾ ਨਹੀਂ ਰਹਿੰਦੀ, ਰਾਖਸ਼, ਭੂਤ, ਪ੍ਰੇਤ ਔਰ ਪਿਸ਼ਾਚਾਂ ਦਾ ਨਾਸ ਹੋ ਜਾਂਦਾ ਹੈ। ਅੱਗ, ਚੋਰ, ਵੈਰੀ, ਸ਼ੇਰ, ਜੰਗਲੀ ਹਾਥੀ, ਇਹਨਾਂ ਤੋਂ ਘਿਰਿਆ ਹੋਇਆਂ ਛੁਟਕਾਰਾ ਪਾਉਂਦਾ ਹੈ। ਰਾਜੇ ਤੋਂ ਜੇ ਮਾਰਨ ਦਾ ਹੁਕਮ ਹੋ ਜਾਵੇ ਅਥਵਾ ਕੈਦ ਹੋਵੇ, ਸਮੁੰਦਰ ਵਿੱਚ ਤੂਫਾਨ ਆ ਜਾਵੇ, ਇਹਨਾਂ ਸਭ ਦੁੱਖਾਂ ਤੋਂ ਬਚ ਜਾਂਦਾ ਹੈ। ਅਤੇ ਆਦਿਕ ਦੁਰਗਾ ਸਪਤਸ਼ਤੀ ਅਧਿਆਇ 12ਵਾਂ ਸ਼ਲੋਕ 1 ਤੋਂ 29 ਇਸੇ ਦਾ ਸੰਖੇਪ ਹੈ। ਜਾਹੇ ਨਮਿਤ ਪੜ੍ਹੇ ਸੁਣੇ ਨਰ, ਚੰਡੀ ਚਰਿੱਤਰ। ਔਰ ਫੇਰ ਨ ਜੂਨੀ ਆਇਆ ਵਾਰ ਚੰਡੀ।
ਹਿੰਦੂ ਸਿੱਖਾਂ ਦਾ ਨਿਤ ਅਰਦਾਸ ਵੇਲੇ ਇਹ ਪੜ੍ਹਨਾ ਕਿ ਪ੍ਰਿਥਮ ਭਗਉਤੀ ਸਿਮਰ ਕੈ ਵਾਰ ਚੰਡੀ ਸਾਬ ਸਿੱਧ ਕਰਦਾ ਹੈ ਕਿ ਖਾਲਸਾ ਧਰਮ ਵਿੱਚ ਦੇਵੀ ਉਪਾਸਨਾ ਹੈ। ਅਸਲ ਵਿੱਚ ਭਗਉਤੀ ਪਦ ਸੰਸਕ੍ਰਿਤ ਭਗਵਤੀ ਹੈ, ਜਿਸ ਦਾ ਅਰਥ ਦੇਵੀ ਹੈ। ਗੁਰੂ ਗੋਬਿੰਦ ਸਿੰਘ ਜੀ ਫਾਰਸੀ ਅੱਖਰਾਂ ਵਿੱਚ ਆਪਣੀ ਕਵਿਤਾ ਲਿਖਿਆ ਕਰਦੇ ਸੇ, ਸੋ ਭਗਵਤੀ ਔਰ ਭਗਉਤੀ ਇੱਕੋ ਪੜਿਆ ਜਾਂਦਾ ਹੈ। ਗੁਰਮੁਖੀ ਲਿਖਾਰੀਆਂ ਨੇ ਅਸਲ ਸ਼ੁੱਧ ਪਾਠ ਸਮਝੇ ਬਿਨਾ ਭਗਵਤੀ ਦੀ ਥਾਂ ਭਗਉਤੀ ਲਿਖ ਦਿੱਤਾ ਹੈ। ਸਿੱਖ ਦਾ ਉੱਤਰ। ਭਗਉਤੀ ਪਦ ਪਰ ਗੁਰਮਤਿ ਸੁਧਾਕਰ ਵਿੱਚ ਚਰਚਾ ਕੀਤੀ ਗਈ ਹੈ। ਆਪ ਉਸ ਨੂੰ ਦੇਖ ਕੇ ਸੰਸਾ ਮਿਟਾ ਸਕਦੇ ਹੋ, ਪਰ ਅਸੀਂ ਆਪ ਨੂੰ 2-4 ਪ੍ਰਸ਼ਨ ਕਰਦੇ ਹਾਂ, ਜਿਨ੍ਹਾਂ ਤੋਂ ਆਪ ਦੀ ਤਸੱਲੀ ਹੋ ਜਾਏਗੀ। ਭਾਗੂੜਾ ਚੰਡੀ ਦੀ ਵਾਰ ਵਿੱਚ ਪਾਠ ਹੈ। ਲਈ ਭਗਉਤੀ ਦੁਰਗ ਸ਼ਾਹ ਵਰ ਜਾਗਨ ਭਾਰੀ, ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ। ਵਾਰ ਚੰਡੀ ਕਿ ਇਸ ਦਾ ਭਾਵ ਇਹ ਹੈ ਕਿ ਦੁਰਗਾ ਨੇ ਭਗਵਤੀ ਦੇਵੀ ਫੜ ਕੇ ਰਾਜੇ ਸੁੰਭ ਦੇ ਸਿਰ ਵਿੱਚ ਮਾਰੀ, ਜਿਸ ਨੇ ਉਸ ਦਾ ਲਹੂ ਚਖਿਆ। ਭਾਗ ਐੜਾ ਕਿ ਗੁਰੂ ਅਰਜਨ ਸਾਹਿਬ ਵੀ ਫਾਰਸੀ ਅੱਖਰਾਂ ਵਿੱਚ ਸ਼ਬਦ ਲਿਖਿਆ ਕਰਦੇ ਸੇ, ਜਿਨ੍ਹਾਂ ਦੀ ਨਕਲ ਕਰਨ ਵੇਲੇ ਭਾਈ ਗੁਰਦਾਸ ਜੀ ਧੋਖਾ ਖਾ ਗਏ। ਦੇਖੋ ਸੁਖਮਣੀ ਦਾ ਪਾਠ। ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਉਤਮ ਹੋਵੈ। ਹਰ ਕੇ ਚਰਨ ਹਿਰਦੇ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਪੰਨਾ 274। ਕਿਉਂ ਸਾਹਿਬ, ਇਹ ਭਗਉਤੀ ਹੈ ਜਾਂ ਭਗਵਤੀ, ਔਰ ਇਸਤਰੀ ਲਿੰਗ ਹੈ ਜਾਂ ਪੁਲਿੰਗ। ਭਾਗ ਈੜੀ ਭਗਉਤੀ ਸਤੋਤਰ ਔਰ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਲਿਖਿਆ ਹੈ, ਨਮੋ ਸ੍ਰੀ ਭਗਉਤੀ ਬਡੈਲੀ ਸਰੋਹੀ। ਭਗਉਤੀ ਸਤੋਤਰ ਸਤਰ ਨੰਬਰ 1। ਨਾਉ ਭਗਉਤੀ ਲੋਹ ਕੜਾਇਆ। ਭਾਈ ਗੁਰਦਾਸ ਵਾਰ ਨੰਬਰ 5 ਕਿ ਭਗਵਤੀ ਦੇਵੀ ਨੂੰ ਸਾਣ ਪਰ ਬਾੜ ਚੜਾਇਆ ਜਾਂਦਾ ਹੈ, ਔਰ ਕਿ ਉਹ ਲੋਹੇ ਦੀ ਘੜੀ ਹੋਈ। ਮੇਰੇ ਪ੍ਰੇਮੀ ਹਿੰਦੂ ਜੀ, ਦੱਬੇਸਤਾਨ ਮਜ਼ਹਬ ਦੇ ਕਰਤਾ ਨੇ ਇੱਕ ਅੱਖੀਂ ਦੇਖਿਆ ਪ੍ਰਸੰਗ ਦੇਵੀ ਦਾ ਲਿਖਿਆ ਹੈ, ਜਿਸ ਤੋਂ ਗੁਰਸਿੱਖਾਂ ਵਿੱਚ ਦੇਵੀ ਦੇ ਸਨਮਾਨ ਦੀ ਅਸਲੀਅਤ ਪ੍ਰਗਟ ਹੁੰਦੀ ਹੈ। ਧਿਆਨ ਦੇ ਕੇ ਸੁਣੀਏ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਪਹੁੰਚੇ, ਜੋ ਰਾਜਾ ਤਾਰਾ ਚੰਦ ਦੀ ਰਾਜਧਾਨੀ ਵਿੱਚ ਸੀ। ਉੱਥੋਂ ਦੇ ਲੋਕ ਮੂਰਤੀ ਪੂਜਕ ਸਨ। ਪਹਾੜ ਦੇ ਸਿਰ ਪਰ ਇੱਕ ਨੈਣਾ ਦੇਵੀ ਦਾ ਮੰਦਿਰ ਸੀ, ਜਿਸ ਨੂੰ ਪੂਜਣ ਲਈ ਆਸ-ਪਾਸ ਦੇ ਲੋਕ ਆਇਆ ਕਰਦੇ ਸਨ। ਇੱਕ ਭੈਰੋ ਨਾਮੀ ਗੁਰੂ ਦੇ ਸਿੱਖ ਨੇ ਮੰਦਿਰ ਵਿੱਚ ਪਹੁੰਚ ਕੇ ਨੈਣਾ ਦੇਵੀ ਦਾ ਨੱਕ ਤੋੜ ਸੁੱਟਿਆ। ਫੁੱਟਨੋਟ: ਗੁਰੂ ਸਾਹਿਬ ਨੇ ਸਿੱਖ ਦੇ ਇਸ ਕਰਮ ਨੂੰ ਸੱਭਿਅਤਾ ਦਾ ਨਹੀਂ ਸਮਝਿਆ, ਪਰ ਇਸ ਪ੍ਰਸੰਗ ਤੋਂ ਸਿੱਖਾਂ ਵਿੱਚ ਮੂਰਤੀ ਪੂਜਾ ਸੰਬੰਧੀ ਖਿਆਲ ਪ੍ਰਗਟ ਹੋ ਜਾਂਦਾ ਹੈ। ਇਸ ਗੱਲ ਦੀ ਚਰਚਾ ਸਾਰੇ ਫੈਲ ਗਈ। ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਪਾਸ ਪਹੁੰਚ ਕੇ ਇਸ ਦੀ ਸ਼ਿਕਾਇਤ ਕੀਤੀ। ਗੁਰੂ ਸਾਹਿਬ ਨੇ ਭੈਰੋਂ ਸਿੱਖ ਨੂੰ ਰਾਜਿਆਂ ਦੇ ਸਾਹਮਣੇ ਬੁਲਾ ਕੇ ਪੁੱਛਿਆ, ਤਾਂ ਉਸ ਨੇ ਆਖਿਆ ਕਿ ਦੇਵੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਦਾ ਨੱਕ ਕਿਸ ਨੇ ਤੋੜਿਆ। ਇਸ ਪਰ ਰਾਜਿਆਂ ਨੇ ਭੈਰੋਂ ਨੂੰ ਆਖਿਆ ਕਿ ਹੇ ਮੂਰਖ, ਕਦੇ ਦੇਵੀ ਵੀ ਗੱਲਾਂ ਕਰ ਸਕਦੀ ਹੈ। ਭੈਰੋਂ ਨੇ ਹੱਸ ਕੇ ਜਵਾਬ ਦਿੱਤਾ, ਜੋ ਦੇਵੀ ਬੋਲ ਨਹੀਂ ਸਕਦੀ ਔਰ ਆਪਣੇ ਅੰਗਾਂ ਨੂੰ ਨਹੀਂ ਬਚਾ ਸਕਦੀ, ਤੁਸੀਂ ਉਸ ਤੋਂ ਨੇਕੀ ਦੀ ਕੀ ਉਮੀਦ ਰੱਖਦੇ ਹੋ। ਇਸ ਗੱਲ ਨੂੰ ਸੁਣ ਕੇ ਰਾਜੇ ਚੁੱਪ ਹੋ ਗਏ। ਇਸ ਚੱਲੇ ਹੋਏ ਦੇਵੀ ਦੇ ਪ੍ਰਸੰਗ ਵਿੱਚ ਮੁਨਾਸਬ ਮਾਲੂਮ ਹੁੰਦਾ ਹੈ ਕਿ ਅਸੀਂ ਆਪਣੇ ਸਿੱਖ ਭਾਈਆਂ ਨਾਲ ਵੀ ਦੋ ਗੱਲਾਂ ਦੇਵੀ ਬਾਬਤ ਕਰੀਏ। ਪਿਆਰੇ ਗੁਰੂ ਨਾਨਕ ਪੰਥੀਓ, ਸਭ ਤੋਂ ਪਹਿਲਾਂ ਆਪ ਇਹ ਵਿਚਾਰੋ ਕਿ ਦੇਵੀ ਕੌਣ ਹੋਈ ਹੈ ਔਰ ਉਸਨੇ ਸੰਸਾਰ ਦਾ ਕੀ ਉਪਕਾਰ ਕੀਤਾ ਹੈ। ਪੁਰਾਣਾਂ ਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਉਹ ਹਿਮਾਲਿਆ ਦੀ ਬੇਟੀ ਸੀ ਔਰ ਸ਼ਿਵ ਜੀ ਨੂੰ ਵਿਆਹੀ ਗਈ ਸੀ। ਇਸੇ ਵਾਸਤੇ ਉਸ ਦੇ ਨਾਂ ਪਾਰਬਤੀ, ਗਿਰਿਜਾ ਔਰ ਸ਼ਿਵਾ ਆਦਿਕ ਹਨ। ਉਸ ਨੇ ਦੇਵਤਿਆਂ ਦੀ ਹਮਾਇਤ ਵਿੱਚ ਦੈਂਤਾਂ ਨਾਲ ਯੁੱਧ ਕੀਤਾ ਔਰ ਇੰਦਰ ਨੂੰ ਕਈ ਵੇਰ ਰਾਜ ਗੱਦੀ ਮੁੜ ਦਿਵਾਈ। ਔਰ ਇੰਦਰ ਉਹ ਦੇਵਤਾ ਹੈ ਜੋ ਸਾਰਾ ਦਿਨ ਅਪਸਰਾਂ ਦਾ ਨਾਚ ਔਰ ਤਮਾਸ਼ਾ ਦੇਖਦਾ ਐਸ਼ ਆਰਾਮ ਵਿੱਚ ਸਮਾਂ ਬਿਤਾਉਂਦਾ ਹੈ। ਔਰ ਪੁਰਾਣਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਰਿਸ਼ੀ ਐਸਾ ਨਹੀਂ ਜਿਸ ਦੇ ਭਜਨ ਔਰ ਤਪ ਵਿੱਚ ਵਿਘਨ ਵਾਸਤੇ ਇੰਦਰ ਨੇ ਲੁੱਚੀਆਂ ਤੀਵੀਆਂ ਨਾ ਭੇਜੀਆਂ ਹੋਣ। ਔਰ ਉਹ ਖੁਦ ਰਿਸ਼ੀਆਂ ਦੀਆਂ ਇਸਤਰੀਆਂ ਨਾਲ ਵਿਭਚਾਰ ਕਰਦਾ ਰਿਹਾ ਹੈ, ਜਿਹਾ ਕਿ ਅਹਿਲਿਆ ਦੀ ਕਥਾ ਹੈ। ਐਸੇ ਵਿਭਚਾਰੀ ਔਰ ਕੁਕਰਮੀ ਦੀ ਸਹਾਇਤਾ ਕਰਕੇ ਦੇਵੀ ਨੇ ਜਗਤ ਨੂੰ ਕੀ ਸੁੱਖ ਦਿੱਤਾ ਔਰ ਇੰਦਰ ਨੇ ਰਾਜ ਲੈ ਕੇ ਸੰਸਾਰ ਦਾ ਕਿਹੜਾ ਸੁਧਾਰ ਕੀਤਾ।
ਨੈਣਾ ਦੇਵੀ, ਜਵਾਲਾਮੁਖੀ ਆਦਿਕ ਜੋ ਅਸਥਾਨ ਹਨ, ਇਹਨਾਂ ਦਾ ਪ੍ਰਸੰਗ ਇਉਂ ਹੈ ਕਿ ਦਸ਼ ਦੇ ਜੱਗ ਵਿੱਚ ਉਸ ਦੀ ਬੇਟੀ ਸਤੀ ਬਿਨਾਂ ਬੁਲਾਏ ਚਲੀ ਗਈ ਔਰ ਉਸ ਨੇ ਜੱਗ ਵਿੱਚ ਆਪਣੇ ਪਤੀ ਸ਼ਿਵ ਦਾ ਹਿੱਸਾ ਕੱਢਿਆ ਹੋਇਆ ਨਾ ਦੇਖ ਕੇ ਕ੍ਰੋਧ ਵਿੱਚ ਆ ਕੇ ਹਵਨ ਕੁੰਡ ਵਿੱਚ ਛਾਲ ਮਾਰੀ। ਖਬਰ ਹੋਣ ਤੋਂ ਵੀਰਭਦਰ ਅਥਵਾ ਸ਼ਿਵ ਜੀ ਨੇ ਆ ਕੇ ਦਗਧ ਹੁੰਦੀ ਸਤੀ ਨੂੰ ਤਰਸ਼ੂਲ ਪਰ ਜ਼ੋਰ ਨਾਲ ਝਟਕਾ ਮਾਰ ਕੇ ਚੁੱਕਿਆ। ਉਸ ਵੇਲੇ ਸਤੀ ਦੇ ਅੰਗ ਬਿਖਰ ਕੇ ਜਿੱਥੇ ਜਿੱਥੇ ਡਿੱਗੇ ਉਹੀ ਹੋਈ ਪੂਜਨ ਅਸਥਾਨ ਬਣ ਗਏ। ਜਿੱਥੇ ਅੱਖਾਂ ਡਿੱਗੀਆਂ ਉੱਥੇ ਨੈਣਾ ਦੇਵੀ, ਜਿੱਥੇ ਜੀਭ ਡਿੱਗੀ ਉੱਥੇ ਜਵਾਲਾਮੁਖੀ। ਇਸੇ ਤਰ੍ਹਾਂ ਹੋਰ ਅੰਗਾਂ ਤੋਂ ਅਨੇਕਾਂ ਹੀ ਅਸਥਾਨ ਬਣੇ। ਇਨ੍ਹਾਂ ਪ੍ਰਸੰਗਾਂ ਤੋਂ ਜੇ ਇਹ ਉਪਦੇਸ਼ ਲਿਆ ਜਾਵੇ ਕਿ ਇਸਤਰੀਆਂ ਨੂੰ ਵੀ ਯੁੱਧ ਵਿਦਿਆ ਵਿੱਚ ਨਿਪੁੰਨ ਹੋਣਾ ਲੋੜੀ ਹੈ ਔਰ ਆਪਣੇ ਪਤੀ ਦਾ ਸਨਮਾਨ ਪ੍ਰਾਣਾਂ ਤੋਂ ਵੀ ਵੱਧ ਕੇ ਕਰਨਾ ਚਾਹੀਏ ਤਾਂ ਬੇਸ਼ੱਕ ਚੰਗਾ ਹੈ, ਪਰ ਇਸ ਤੋਂ ਛੁੱਟ ਹੋਰ ਕੋਈ ਲਾਭਦਾਇਕ ਗੱਲ ਨਹੀਂ। ਕਈ ਮੰਤਕੀ ਇਹ ਆਖਦੇ ਹਨ ਕਿ ਅਸੀਂ ਹਿਮਾਲਿਆ ਦੀ ਬੇਟੀ ਅਥਵਾ ਅਸ਼ਟਭੁਜੀ ਆਦਿਕ ਸਰੂਪ ਵਾਲੀ ਦੇਵੀ ਨੂੰ ਨਹੀਂ ਪੂਜਦੇ, ਅਸੀਂ ਤਾਂ ਅਕਾਲ ਪੁਰਖ ਦੀ ਜੋ ਸ਼ਕਤੀ ਹੈ ਉਸ ਨੂੰ ਮੰਨਦੇ ਹਾਂ। ਉਹਨਾਂ ਪ੍ਰਤੀ ਅਸੀਂ ਇਹ ਸ਼ੰਕਾ ਕਰਦੇ ਹਾਂ ਕਿ ਅਕਾਲ ਪੁਰਖ ਦੀ ਸ਼ਕਤੀ ਉਸ ਤੋਂ ਭਿੰਨ ਹੈ ਜਾਂ ਅਭਿੰਨ ਹੈ, ਜੜ ਹੈ ਅਥਵਾ ਚੇਤਨ ਹੈ ਔਰ ਅਨਿਤ ਹੈ ਜਾਂ ਨਿਤ ਹੈ। ਜੇ ਦੇਵੀ ਅਕਾਲ ਤੋਂ ਭਿੰਨ, ਚੇਤਨ ਔਰ ਨਿਤ ਤੁਸੀਂ ਮੰਨਦੇ ਹੋ ਔਰ ਉਸ ਨੂੰ ਪੂਜਦੇ ਹੋ ਤਾਂ ਨਿਸ਼ਚਾ ਕਰੋ ਕਿ ਗੁਰੂ ਸਾਹਿਬ ਨੇ ਜੋ ਓੰਕਾਰ ਦੇ ਆਦਿ ਵਿੱਚ ਏਕਾ ਲਾਇਆ ਹੈ, ਤੁਸੀਂ ਉਸ ਉੱਪਰ ਹੜਤਾਲ ਫੇਰਨ ਦੇ ਫਿਕਰ ਵਿੱਚ ਹੋ ਔਰ ਸਿੱਖੀ ਤੋਂ ਪਤਿਤ ਹੋ। ਔਰ ਜੇ ਦੇਵੀ ਅਕਾਲ ਪੁਰਸ਼ ਤੋਂ ਭਿੰਨ ਨਹੀਂ, ਕੇਵਲ ਉਸ ਦੀ ਸ਼ਕਤੀ ਮਾਤਰ ਦਾ ਨਾਉ ਹੈ, ਤਾਂ ਉਸ ਦਾ ਦੇਵੀ ਨਾਮ ਲੈ ਕੇ ਭਿੰਨ ਪੂਜਣਾ ਵੀ ਮਹਾ ਅਗਿਆਨੀ ਔਰ ਮੂਰਖਤਾ ਹੈ। ਜੇ ਦੇਵੀ ਕੋਈ ਜੜ ਔਰ ਅਨਿਤ ਪਦਾਰਥ ਹੈ ਤਾਂ ਵੀ ਉਸ ਦੀ ਪੂਜਾ ਸਿੱਖ ਧਰਮ ਅਨੁਸਾਰ ਨਹੀਂ ਬਣਦੀ। ਸਿਧਾਂਤ ਇਹ ਹੈ ਕਿ ਕਿਸੇ ਤਰ੍ਹਾਂ ਵੀ ਦੇਵੀ ਦੀ ਪੂਜਾ ਸਿੱਖ ਧਰਮ ਵਿੱਚ ਯੋਗ ਸਿੱਧ ਨਹੀਂ ਹੋ ਸਕਦੀ। ਪਿਆਰੇ ਸਿੱਖ ਭਾਈਓ, ਸਾਡੇ ਧਰਮ ਵਿੱਚ ਹੀ ਬੀਬੀ ਨਾਨਕੀ, ਬੀਬੀ ਅਮਰੋ, ਬੀਬੀ ਭਾਨੀ, ਬੀਬੀ ਵੀਰੋ, ਮਾਤਾ ਸਾਹਿਬ ਕੌਰ ਔਰ ਮਾਈ ਭਾਗੋ ਜਿਹੀਆਂ ਪਵਿੱਤਰ ਦੇਵੀਆਂ ਹਨ। ਆਪ ਉਹਨਾਂ ਦੇ ਜੀਵਨ ਚਰਿੱਤਰਾਂ ਨੂੰ ਪੜ੍ਹੋ ਔਰ ਉਹਨਾਂ ਦੇ ਉਪਕਾਰਾਂ ਨੂੰ ਯਾਦ ਕਰਕੇ ਉਹਨਾਂ ਦੇ ਪੂਰਨਿਆਂ ਪਰ ਤੁਰੋ ਔਰ ਆਪਣੀਆਂ ਪੁੱਤਰੀਆਂ ਨੂੰ ਉਹਨਾਂ ਜਿਹੇ ਗੁਣ ਧਾਰਨ ਕਰਨ ਦੀ ਸਿੱਖਿਆ ਦਿਓ, ਜਿਸ ਤੋਂ ਆਪ ਦਾ ਮਨੁੱਖ ਜਨਮ ਸਫਲ ਹੋਵੇ ਔਰ ਆਪ ਕਲਗੀਧਰ ਪੂਜ ਪਿਤਾ ਦੇ ਸਪੁੱਤਰ ਕਹਾਉਣ ਦੇ ਅਧਿਕਾਰੀ ਬਣੋ ਔਰ ਦੇਸ਼ ਸੁਧਾਰਕਾਂ ਵਿੱਚ ਗਿਣੇ ਜਾਓ। ਇਹਨਾਂ ਦੇਵੀਆਂ ਤੋਂ ਭਿੰਨ ਇੱਕ ਹੋਰ ਦੇਵੀ ਹੈ ਜੋ ਕਲਗੀਧਰ ਸਵਾਮੀ ਨੇ ਆਪ ਨੂੰ ਬਖਸ਼ੀ ਹੈ ਔਰ ਜਿਸ ਬਿਨਾ ਆਪ ਉਤਨੇ ਹੀ ਪਤਿਤ ਹੋ ਜਿਤਨਾ ਜਨੇਊ ਬਿਨਾ ਹਿੰਦੂ ਦਵਿਜ ਹੈ। ਔਰ ਉਸੇ ਦੇਵੀ ਦੇ ਤੁਫੈਲ ਤੁਸੀਂ ਇਸ ਦੇਸ਼ ਦੇ ਅਨਿਆਏ ਦੂਰ ਕੀਤਾ ਸੀ ਔਰ ਹੁਣ ਵੀ ਫੌਜਾਂ ਵਿੱਚ ਮਾਣ ਪਾ ਕੇ ਸਿੱਖ ਕੌਮ ਦਾ ਭੂਸ਼ਣ ਬਣ ਰਹੇ ਹੋ। ਉਹ ਦੇਵੀ ਇਹ ਹੈ, ਨਮੋ ਸ੍ਰੀ ਭਗਉਤੀ ਬਡੈਲੀ ਸਰੋਹੀ, ਕਰੇ ਏਕ ਤੇ ਦਵੈ ਸੁਬੜ ਹਾਥ ਸੋਹੀ। ਭਗਉਤੀ ਸਤੋਤਰ ਸਤਰ ਨੰਬਰ 1 ਤੇ 2। ਜੋ ਮਿਆਨ ਤੇ ਵੀਰ ਤੋਕ ਕੋ ਸੜਕੈ, ਪਰਲੇ ਕਾਲ ਕੇ ਸਿੰਧ ਬੱਕੇ ਕੜਕੈ, ਤਸੇ ਖੇਤ ਮੈਂ ਹਾਥ ਲੈ ਤੋਹਿ ਸੂਰੇ, ਪਿਰੇ ਸਮੂਹ ਹੈ ਸਿੰਧ ਸਾਵੰਤ ਸੂਰੇ। ਭਗਉਤੀ ਸਤੋਤਰ ਸਤਰ ਨੰਬਰ 21 ਤੇ 24। ਪਿਆਰੇ ਭਾਈਓ, ਇਹਨਾਂ ਪਵਿੱਤਰ ਦੇਵੀਆਂ ਤੋਂ ਵਿਮੁਖ ਹੋ ਕੇ ਜਿਤਨਾ ਧਨ ਆਪ ਨੇ ਅੱਜ ਤੋੜੀ ਲਹੂ ਪੀਣੀਆਂ ਕਲਪਤ ਦੇਵੀਆਂ ਨੂੰ ਅਰਪਿਆ ਹੈ, ਜੇ ਕਿਤੇ ਉਤਨਾ ਆਪਣੀਆਂ ਸੁਪੁੱਤਰੀਆਂ ਦੇ ਸੁਧਾਰ ਵਾਸਤੇ ਖਰਚ ਕਰਦੇ ਤਾਂ ਅੱਜ ਘਰ ਘਰ ਦੇਵੀਆਂ ਨਜ਼ਰ ਪੈਂਦੀਆਂ ਅਰ ਸਿੱਖ ਕੌਮ ਦਾ ਨਾਮ ਦੇਸ਼ ਦਿਸ਼ਾਂਤਰਾਂ ਵਿੱਚ ਸੂਰਜ ਦੀ ਤਰ੍ਹਾਂ ਪ੍ਰਕਾਸ਼ਿਤ ਹੁੰਦਾ ਔਰ ਆਉਣ ਵਾਲੀ ਸੰਤਾਨ ਆਪ ਦੇ ਗੁਣ ਗਾਉਂਦੀ ਹੋਈ ਕਿਰਤਾਰਥ ਹੁੰਦੀ। ਅਜੇ ਵੀ ਸਮਾਂ ਹੈ। ਜੇ ਆਪ ਆਪਣੀ ਕੌਮ ਤਥਾ ਦੇਸ਼ ਦੀ ਉન્નਤੀ ਚਾਹੁੰਦੇ ਹੋ ਤਦ ਉੱਤਮ ਵਿਦਿਆਲੇ ਖੋਲ੍ਹ ਕੇ ਜਿਨ੍ਹਾਂ ਵਿੱਚ ਕੌਮੀ ਜੀਵਨ ਉਤਪੰਨ ਕੀਤਾ ਜਾਵੇ, ਧਰਮਵਾਨ, ਬਲਵਾਨ ਔਰ ਪ੍ਰਤਾਪਵਾਨ ਦੇਵੀਆਂ ਉਤਪੰਨ ਕਰੋ, ਜਿਸ ਤੋਂ ਆਪਦੀ ਦੀ ਦੇਵੀ ਸੰਤਾਨ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਆਸਰੇ ਘੋਰ ਕਲਕਾਲ ਨੂੰ ਸਤਜੁਗ ਵਿੱਚ ਪਲਟ ਦੇਵੇ। ਕਿਤਾਬ ਹਮ ਹਿੰਦੂ ਨਹੀਂ, ਲੇਖਕ ਭਾਈ ਕਾਨ ਸਿੰਘ ਨਾਭਾ, ਭਾਗ 7ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।